ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 14ਵੀਂ ਸ਼ਲੋਕ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਪਉ ਜਾਏ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ। ਹੁਣ ਆਪਾਂ ਫਿਰ ਇਹ ਦੋਈ ਪੱਖਾਂ ਨੂੰ ਵਿਚਾਰੀਏ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ ਸੰਸਾਰ ਨੂੰ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਬ੍ਰਹਮ ਗਿਆਨੀ ਸਗਲ ਕੀਰੇ ਨਾ। ਸਗਲ ਕੀਰੇ ਨਾ ਤੋਂ ਭਾਵ ਸਾਰਿਆਂ ਦੇ ਭਲੇ ਖਾਤਰ ਗੁਰ ਉਪਦੇਸ਼ ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਦਿੱਤਾ। ਆਪਾਂ ਹੁਣ ਭਗਤ ਗੁਰੂ ਸਾਹਿਬਾਨਾਂ ਦੇ ਦਰਸਾਏ ਰਾਹ ਤੇ ਚੱਲਣਾ ਵਾ। ਪਹਿਲਾ ਪੱਖ ਸਤਿਗੁਰ ਕੀ ਸਮਝਾਉਂਦੇ ਆ? ਤਜੋ ਸਿਆਨਪ ਸੁਰਜਨੋ। ਤਜੋ ਹੁੰਦਾ ਛੱਡਣਾ, ਤਿਆਗ ਕਰਨਾ। ਕਾਹਦਾ ਤਿਆਗ ਕਰਨਾ ਹੈ? ਸਿਆਣਪ ਦਾ। ਸਿਆਣਾ ਬਣ ਗਿਆ ਨਾ ਮਨ। ਸਤਿਗੁਰਾਂ ਦੇ ਬਚਨ ਵੀ ਆਪਾਂ ਨਾਲ ਨਾਲ ਲਈ ਜੀ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕਿਵੇਂ ਕੂੜ ਝੂਠ ਨਾਲੋਂ ਟੁੱਟੀਏ ਅਸੀਂ, ਹਰ ਰੱਬ ਦੇ ਮੂਲ ਨਾਲ ਜੁੜੀਏ, ਆਤਮਾ ਪ੍ਰਾਤਮਾ ਦਾ ਦਰਸ਼ਨ ਕਰੇ। ਕਿਵੇਂ ਕਰੇ? ਪਰ ਇਹ ਤਾਂ ਸਿਆਣਾ ਬਣ ਗਿਆ ਮਨ, ਬੁੱਧੀ। ਬੁੱਧੀ ਹੁਣ ਮਨ ਨੂੰ ਖੁਸ਼ ਕਰਨ ਲੱਗੀ ਹੋਈ ਹੈ। ਜਿਵੇਂ ਇੱਕ ਮੇਲੇ ਦੇ ਵਿੱਚ ਬੱਚਾ ਵਿਛੜ ਜਾਵੇ, ਮਾਂ ਉਹਨੂੰ ਕਿਵੇਂ ਛੱਡ ਕੇ ਆਊਗੀ? ਇਵੇਂ ਇੱਕ ਸੰਸਾਰ ਮੇਲਾ ਹੈ ਭਾਈ। ਮੇਲਾ ਵੱਡਾ ਵਾ, ਪਸਾਰਾ ਵੱਡਾ ਵਾ। ਪ੍ਰਭ ਮੇਰੇ ਕਾ ਬੜ ਤਮਾਸਾ। ਇਹਦਾ ਜੀ ਲੱਗ ਗਿਆ ਇੱਥੇ। ਹੁਣ ਬੁੱਧੀ ਵੀ ਨਾਲ ਹੀ ਫਸੀ ਹੋਈ ਹੈ। ਬੁੱਧੀ ਕੀ ਹੁੰਦੀ ਹੈ? ਜੋਤ, ਅਕਲ। ਜਿੰਨੀ ਕੁ ਅਕਲ ਹੁੰਦੀ ਓਨੀ ਕੁ ਫਸੀ ਹੋਈ ਹੈ। ਧਰਮ 'ਚ ਵੀ ਆਉਂਦਾ ਹੈ ਸਰੀਰ ਕਰਕੇ। ਹਠ ਯੋਗ, ਤਪ ਯੋਗ, ਜਿੰਨੇ ਵੀ ਆਪਾਂ ਦੇਖਦੇ ਹਾਂ ਸਾਰੇ ਸਰੀਰ ਦੀਆਂ ਲੋੜਾਂ ਕਰਕੇ, ਸਰੀਰ ਦੀ ਗਤੀ, ਸਰੀਰ ਦੀ ਵਡਿਆਈ, ਸਰੀਰ ਦੀਆਂ ਇੱਛਾ ਇਹ 'ਚੋਂ ਪੈਦਾ ਹੁੰਦੀਆਂ ਰਹਿੰਦੀਆਂ। ਉਹ ਹਨੇਰਾ ਵੱਧਦਾ ਚਲਾ ਜਾਂਦਾ। ਹਨੇਰਾ ਕੀ? ਅਹੰਕਾਰ। ਹੰਕਾਰ ਇੱਕ ਵੱਡਾ ਰੋਗ ਹੈ ਭਾਈ। ਸਾਨੂੰ ਨਹੀਂ ਪਤਾ ਲੱਗਦਾ ਹੈਗਾ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲਈਏ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਫਲ ਕਾਰਨ ਫੂਲੀ ਬਨਰਾਏ। ਫਲਾਂ ਕੱਤਰ ਵਨਸਪਤੀ ਫੁੱਲ ਖਿੜਦੇ ਨੇ। ਫਲ ਲਾਗਾ ਤਾਂ ਫੂਲ ਬਿਲਾਏ। ਜਦੋਂ ਫਲ ਲੱਗਦਾ ਹੈ, ਫੁੱਲ ਆਪਦਾ ਰੂਪ ਛੱਡ ਦਿੰਦੇ ਨੇ, ਫਲ 'ਚ ਆ ਜਾਂਦੇ ਨੇ। ਇਵੇਂ ਧਰਮ ਕੀ ਹੈ? ਧਰਮ ਫੁੱਲ ਫਲ ਗਿਆਨ। ਇਹ 'ਚੋਂ ਆਪਾਂ ਨੂੰ ਫਲ ਕੀ ਮਿਲਣਾ ਹੈ? ਗਿਆਨ। ਪਹਿਲਾ ਫਲ ਆਪਣਾ ਇਹ। ਜਦ ਤੱਕ ਗਿਆਨ ਨਹੀਂ ਮਿਲਦਾ, ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਗਿਆਨੇ ਕਾਰਨ ਕਰਮ ਅਭਿਆਸ। ਗਿਆਨ ਪਿਆ ਤਾਂ ਕਰਮੇ ਨਾਸ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਕਰਮ ਨਹੀਂ ਛੁੱਟਦਾ ਸਾਡਾ। ਕਰਮ ਕੀ ਹੁੰਦਾ? ਜੋ ਹੱਥਾਂ ਪੈਰਾਂ ਨਾਲ ਕਰਦੇ ਹਾਂ, ਮਨ ਬੁੱਧੀ ਨਾਲ ਕਰਦੇ ਹਾਂ ਅਸੀਂ, ਉਹਨੂੰ ਕਰਮ ਸੰਸਾਰ ਵੀ ਕਹਿੰਦਾ ਹੈ, ਵੀ ਕਰਮ ਹੀ ਆ। ਅਸੀਂ ਮੰਨਦੇ ਹਾਂ ਵੀ ਇਹ ਕੀਤਾ, ਆਪ ਹੀ ਸਾਰਾ ਕੁਛ ਮੰਨਦੇ ਹਾਂ। ਮੈਂ ਪੁੰਨ ਕੀਤਾ, ਪਾਪ ਕੀਤਾ, ਤਾਂ ਫਿਰ ਸਜ਼ਾ ਤਾਂ ਉਹੋ ਜਿਹੀ ਮਿਲਣੀ ਹੈ ਭਾਈ। ਜਿਹੜਾ ਬੀਜਾਂਗੇ ਉਹ ਵੱਢਣਾ ਪਊ। ਪਿੱਛੇ ਵੀ ਆਪਾਂ ਵਿਚਾਰਿਆ ਵਾ। ਇਹ ਉਪਦੇਸ਼ ਕਿਹਨਾਂ ਨੂੰ ਹੈ? ਇਹ ਸੁਰਜਨਾਂ ਨੂੰ ਉਪਦੇਸ਼ ਹੈ ਭਾਈ, ਜਿਹੜੇ ਆਪਦੇ ਆਪ ਨੂੰ ਧਾਰਮਿਕ ਸਮਝਦੇ ਨੇ। ਦੇਖਦੇ ਆਪਾਂ ਕਿਵੇਂ ਪ੍ਰਚਾਰ 'ਚ ਲੋਕ ਲੱਗੇ ਹੋਏ ਨੇ, ਆਪਦੀ ਮੱਤ ਨਾਲ ਲੱਗੇ ਹੋਏ ਨੇ। ਗੁਰ ਕੀ ਮੱਤ ਤਾਂ ਮਿਲੀ ਨਹੀਂ ਹਲੇ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਇਹ ਤਾਂ ਕਾਲ ਦਾ ਰਾਹ ਵਾ ਭਾਈ ਸਾਰਾ ਹੀ, ਜੋ ਤੁਸੀਂ ਦੇਖ ਰਹੇ ਹੋ। ਇਹ ਜੰਮ ਮਾਰ ਗਏ, ਸਾਰੇ ਜਮਾਂ ਦੇ ਬੰਦੇ ਹੋਏ ਨੇ। ਚੌਪਈ ਸਾਹਿਬ ਵੀ ਅਸੀਂ ਰੋਜ਼ ਪੜ੍ਹਦੇ ਹਾਂ। ਸਗਲ ਕਾਲ ਕਾ
ਕੀ ਆ ਤਮਾਸ਼ਾ, ਇਹ ਕਾਲ ਦਾ ਤਮਾਸ਼ਾ। ਇਹ ਤੋਂ ਕੌਣ ਬਚਾਊ ਆਪਾਂ ਨੂੰ? ਗੁਰੂ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਮਿਲੂਗਾ? ਸਭ ਤੋਂ ਪਹਿਲਾਂ ਆਪਾਂ ਨੂੰ ਗੁਰ ਸ਼ਬਦ ਚੋਂ ਗਿਆਨ ਮਿਲੂਗਾ, ਫਿਰ ਕਾਲ ਤੋਂ ਬਚਾਂਗੇ ਆਪਾਂ। ਫਿਰ ਮਨ ਬੁਰਾਈਆਂ ਛੱਡ ਜਾਂਦਾ ਹੈ, ਮਨ ਬੁੱਧੀ ਆਪਦੇ ਘਰ ਨੂੰ ਚਲੇ ਜਾਂਦੇ ਨੇ। ਇਹਨਾਂ ਨੂੰ ਉਪਦੇਸ਼ ਹੈ ਧਾਰਮਿਕ ਲੋਕਾਂ ਨੂੰ, ਆਮ ਲੋਕਾਂ ਨੂੰ ਨਹੀਂ। ਆਮ ਲੋਕ ਤਾਂ ਕਿਰਤ ਦੀ ਖਾਣ ਆਪਦੀ ਦਸਾਨੂਆਂ ਦੀ ਕਰਕੇ ਔਰ ਭਾਣੇ 'ਚ ਉਹਨਾਂ ਦਾ ਮਨ ਰਹੇ, ਜੋ ਹੋ ਰਿਹਾ ਸੰਸਾਰ 'ਚ ਉਹਨੂੰ ਮਿੱਠਾ ਕਰਕੇ ਮੰਨ ਲੈਣ। ਪਾਰ ਨੇ ਉਹ ਲੜ ਬੰਨ ਲੈਣ, ਕਮਰ ਕਸਾ ਕੱਸ ਲੈਣ, ਸਰੀਰ 'ਤੇ ਨਹੀਂ ਮਨ 'ਤੇ। ਵੀ ਜੋ ਹੋ ਰਿਹਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵੀ ਜੋ ਹੋ ਰਿਹਾ ਹੁਕਮ 'ਚ, ਪਰ ਮਨ ਮੰਨਦਾ ਨਹੀਂ ਹੈਗਾ, ਗਿਆਨ ਤੋਂ ਬਿਨਾਂ ਮੰਨਦਾ ਹੀ ਨਹੀਂ। ਭਗਤ ਕਬੀਰ ਜੀ ਸਮਝਾਉਂਦੇ ਆ, ਮਨ ਸਮਝਾਵਣ ਕਾਰ ਨੇ ਕਛਕ ਪੜ੍ਹੀਏ ਗਿਆਨ। ਗਿਆਨ ਤੋਂ ਬਿਨਾਂ ਨਹੀਂ ਭਾਈ ਮਨ ਮੰਨਦਾ। ਇਹ ਉਹਨਾਂ ਨੂੰ ਉਪਦੇਸ਼ ਹੈ ਧਾਰਮਿਕ ਲੋਕਾਂ ਨੂੰ। ਅਸੀਂ ਉਹਨਾਂ ਨੇ ਜੁੜ ਜਾਂਦੇ ਹਾਂ, ਜਾਂਦੇ ਹਾਂ ਦੂਰ ਦੂਰ, ਅਸੀਂ ਵਿਚਾਰ ਕਰਦੇ ਹਾਂ, ਸਾਨੂੰ ਜੀ ਉਹ ਬਹੁਤ ਵਧੀਆ ਲੱਗਦਾ, ਉਹ ਬਹੁਤ ਵਧੀਆ ਲੱਗਦਾ। ਠੀਕ ਹੈ ਭਾਈ, ਲੱਗਦਾ ਹੈ, ਜੁੜੇ ਰਹੋ ਉਹਦੇ ਨਾਲ। ਉਹ ਜਦੋਂ ਸਰੀਰ ਹੀ ਛੱਡ ਦੇਣਾ, ਉਹਨੇ ਵੀ ਛੱਡ ਦੇਣਾ ਹੈ, ਅਤੇ ਫਿਰ ਉਸ ਤੋਂ ਬਾਅਦ ਕੀ ਕਰਾਂਗੇ? ਲਾਹਾ ਕੀ ਲੈਣਾ ਆ ਅਸੀਂ? ਇਹਾਂ ਖਾਟ ਚਲੋ ਹਰ ਲਾਹਾ। ਲਾਹਾ ਇਹੀ ਹੈ ਜਿਹੜੀ ਇੱਥੋਂ ਕਮਾਈ ਕਰਕੇ ਆਪਾਂ ਹਰੀ ਦਾ ਜਸ, ਹਰੀ ਦਾ ਨਾਮ ਲੈ ਜਾਂਗੇ, ਫਿਰ ਆਪਦੇ ਘਰ ਪਹੁੰਚ ਸਕਦੇ ਹਾਂ। ਆਪਣੀ ਮਤ ਨਾਲ ਉੱਥੇ ਐਂਟਰੀ ਨਹੀਂ ਹੈਗੀ। ਜੈ ਪੰਥ ਤੇਰਾ ਕੋ ਨ ਸਿਆਨੂੰ, ਹਰ ਕਾ ਨਾਮ ਤੈ ਨਾਲ ਪਛਾਨੂੰ। ਹਰ ਨਾਮ ਨਾਲ ਐਂਟਰੀ ਆ ਉੱਥੇ ਭਾਈ, ਉੱਥੇ ਨਹੀਂ ਬਣ ਦਿੰਦਾ ਕੋਈ। ਇੱਥੇ ਚਾਹੇ ਸੰਸਾਰ 'ਚ ਕਿੱਡਾ ਵੀ ਕੋਈ ਬਣ ਜਾਵੇ। ਜੇ ਚੁਗਚਾਰੇ ਆਰਜਾਂ ਹੋਣ ਦਸੂਣੀ ਹੋਏ, ਨਵਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਈ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ। ਜੇ ਦੋਸ਼ੀ ਪਾਏ ਗਏ, ਦੇਖ ਲਓ ਫਿਰ ਕਿੱਡੀ ਭੈੜੀ ਸਜ਼ਾ ਵਾ। ਸੰਸਾਰ ਤੁਹਾਨੂੰ ਕਿਉਂ ਨਾ ਮੰਨਦਾ ਹੋਵੇ? ਸੰਸਾਰ ਦਾ ਕੀ? ਸੰਸਾਰ ਤਾਂ ਕੁਦਰਤ ਨੇ ਬਣਾਇਆ। ਸੰਸਾਰ ਤਾਂ ਵਡਿਆਈ ਦਾ ਭੁੱਖਾ ਹੈ, ਵੱਡੇ ਬਣਨ ਦੀ ਸਾਰਿਆਂ ਦੀ ਰੇਸ ਲੱਗੀ ਹੋਈ। ਅਸੀਂ ਵੱਡਾ ਨਹੀਂ ਬਣਨਾ, ਅਸੀਂ ਤਾਂ ਗੁਰੂ ਦੀ ਸ਼ਰਨ ਜਾਣਾ ਹੈ। ਸ਼ਰਨ ਤਾਂ ਭਾਈ ਫਿਰ ਨੀਵਾਂ ਹੋ ਕੇ ਜਾ ਹੋਊਗਾ। ਸਤਿਗੁਰ ਆਇਓ ਸ਼ਰਨ ਤੁਆਰੀ, ਆਪਾਂ ਕੀ ਮੰਗਣਾ? ਸੱਚ ਦਾ ਗਿਆਨ ਲੈ ਕੇ ਦਾਤਾ ਮੈਂ ਤੇਰੀ ਸ਼ਰਨ ਆ ਗਿਆ, ਮੇਰੇ 'ਤੇ ਕਿਰਪਾ ਰਹਿਮਤ ਕਰ ਦੇ। ਕੀ ਕਿਰਪਾ ਰਹਿਮਤ ਕਰ ਦੇ? ਮਿਲੇ ਸੁਖ ਨਾਮ ਹਰ ਸੋਭਾ, ਮੈਨੂੰ ਨਾਮ ਦਾ ਦਰਸ਼ਨ ਹੋ ਜੇ, ਹੁਕਮ ਦਾ ਦਰਸ਼ਨ ਹੋ ਜੇ, ਮੈਂ ਤੇਰਾ ਜਸ ਕਰਾਂ, ਮੈਨੂੰ ਸੁੱਖ ਮਿਲਦਾ ਉਹਦੇ ਵਿੱਚੋਂ। ਚਿੰਤਾ ਲਾਏ ਹਮਾਰੀ, ਫਿਰ ਅਵਸਥਾ 'ਚ ਜਾ ਕੇ 3 ਲੋਕ ਮਾਇਆ ਪਾਰ ਕਰ ਜਾਂਦੇ ਹਾਂ ਅਸੀਂ। ਸਾਰਾ ਗਿਆਨ ਹੋ ਜਾਂਦਾ ਹੈ, 4 ਲੋਕਾਂ ਦਾ ਗਿਆਨ ਹੋ ਜਾਂਦਾ। ਉਹੀ ਚੌਪਈ ਸਾਹਿਬ ਦਾ ਭਾਵ ਵੀ ਇਹੀ ਆ, ਦੁੱਖ ਦਰਦ ਤਿਸ ਨਰ ਕੇ ਨਿਕਟ ਨਾ ਰਹੇ, ਜੋ ਇੱਕ ਵਾਰ ਚੌਪਈ ਕੋ ਗਏ। ਜੋ ਇੱਕ ਵਾਰ ਇਹ 3 ਲੋਕਾਂ ਦਾ ਬਿਆਨ ਕਰ ਦਿੰਦਾ। ਮਾਇਆ ਦਾ ਪਾਰ ਸਤਿਯੁਗ ਦਾ ਬਿਆਨ ਕਰਦਾ ਹੈ, ਜਸ ਕਰਦਾ ਹੈ ਕੁਦਰਤ ਦਾ, ਉਹ ਦੁੱਖਾਂ ਤੋਂ ਛੁਟਕਾਰਾ ਪਾਉਂਦਾ ਹੈ। ਕੋਈ ਸਤਿਗੁਰ ਸਮਝਾਉਂਦੇ ਆ, ਛੱਡ ਦਿਓ ਭਾਈ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਇਹ ਹਰ ਕਥਾ ਹੈ ਭਾਈ, ਬਾਣੀ ਸਭ ਤੋਂ ਉੱਤਮ ਹਰ ਕਥਾ ਹੈ। ਇਹਨੂੰ ਸੁਣਨਾ ਆਪਾਂ, ਜਿਹੜੇ ਇਹਨੂੰ ਸੁਣਨਗੇ ਅਮਰ ਹੋ ਜਾਣਗੇ, ਨਾ ਅਮਰ ਹੋਣਗੇ ਹੋ ਹੀ ਨਹੀਂ ਸਕਦਾ। ਬਾਣੀ ਝੂਠੀ ਨਹੀਂ ਹੈਗੀ, ਅਸੀਂ ਝੂਠੇ ਹਾਂ, ਅਸੀਂ ਅਮਲ ਨਹੀਂ ਕਰਦੇ ਹੈਗੇ। ਵੱਡਾ ਬਣਨ ਦੀ ਸਾਡੇ ਸਾਰਿਆਂ ਦੇ ਅੰਦਰ ਲੱਗੀ ਹੋਈ ਹੈ। ਪ੍ਰਚਾਰਕ ਵੀ ਦੇਖਦੇ ਹਾਂ ਅਸੀਂ ਆਪਦੇ ਆਪ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਵੱਡੇ ਵੱਡੇ ਚੁੱਕਦੇ ਨੇ, ਅਸੀਂ ਉਹਦੇ ਬਰਾਬਰ ਬਹਿ ਕੇ ਸਰੋਪੇ ਵੀ ਪਵਾਈ ਜਾਂਦੇ ਹਾਂ। ਸਾਕਤ ਸਿਰ ਪੋ ਰੇਸ਼ਮੀ ਪੈਰਤ ਹੀ ਪਤ ਖੋਈ। ਜਿੱਦਣ ਸਾਡੇ ਅੰਦਰ ਇਹ ਆ ਗਈ ਹਉਮੈ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ਕੇ ਅਸੀਂ ਆਪਦੇ ਆਪ ਨੂੰ ਵੱਡਾ ਮੰਨ ਲਿਆ, ਦਰਗਾਹ 'ਚ ਸਾਡਾ ਕੱਟਿਆ ਗਿਆ ਨੰਬਰ। ਕੁੱਲਾਂ ਦਿੰਦੇ ਬਾਬਲੇ ਲੈਂਦੇ ਨੇ ਲੱਜ, ਚੂਹਾ ਖੱਡ ਨਾ ਬਾਵੀ ਤੇ ਕਲਵੰਨੀ ਸੱਜ। ਇਹ ਮੁਸਲਮਾਨਾਂ ਦੇ ਵੀ ਚੱਲਿਆ ਸੀ। ਉਹ ਕੁੱਲਾਂ ਟੋਪੀਆਂ ਦਿੰਦੇ ਸੀਗੇ, ਕੱਢੀਆਂ ਹੋਈਆਂ ਉਹਨਾਂ ਨੂੰ ਸਤਿਕਾਰ ਦੇ ਵਿੱਚ। ਮਹਾਰਾਜ ਕਹਿੰਦੇ ਦੇਣ ਵਾਲੇ ਤਾਂ ਮੂਰਖ ਹੈ ਹੀ, ਲੈਣ ਵਾਲਾ ਕਿੱਡਾ ਬਸ਼ਰਮ ਹੈ। ਕਹੇ ਜਾ ਬਸ਼ਰਮ ਆ ਉਹ? ਕਹਿੰਦੇ ਜਿਵੇਂ ਚੂਹੇ ਦੇ ਪਿੱਛੇ ਸੱਜ ਬੰਨ੍ਹ ਦੀਏ। ਹੰਕਾਰ ਤਾਂ ਪਹਿਲਾਂ ਹੀ ਬਹੁਤ ਵੱਡਾ, ਹੋਰ ਪਿੱਛੇ ਸਰੋਪਾ ਪਾ ਕੇ ਹੰਕਾਰ ਦਾ ਸੱਜ ਬੰਨ੍ਹ ਦਿੰਦੇ ਨੇ। ਫਿਰ ਕਾਲ ਨੂੰ ਮਾਰਨਾ ਕੀ ਔਖਾ ਭਾਈ? ਚੂਹੇ ਨੂੰ ਕੀ ਮਾਰਨਾ ਔਖਾ? ਖੱਡ 'ਚ ਤਾਂ ਉਹ ਤੋਂ ਪਹਿਲਾਂ ਨਹੀਂ ਵੜ ਹੁੰਦਾ, ਕਿਉਂਕਿ ਸੱਪ ਉੱਥੇ ਬੈਠਾ ਹੁੰਦਾ, ਚੂਹੇ ਦੀ ਖੱਡ ਸੱਪ ਜਾ ਵੜਦਾ, ਸੱਪ ਨੂੰ ਖਾ ਜਾਂਦਾ ਹੈ। ਇਵੇਂ ਜਿਹੜੀ ਸਾਡੀ ਮਾਇਆ ਵਾ ਸਾਨੂੰ ਖਾ ਜਾਂਦੀ ਹੈ। ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸਕੀ ਸੇਵਾ ਕਰੇ ਤਿਸ ਹੀ ਕੋ ਖਾਏ। ਇਹ ਕੰਮ ਨਹੀਂ ਕਰਨਾ ਭਾਈ ਆਪਾਂ। ਕਾਲ ਨੂੰ ਮਾਰਨਾ ਕੀ ਸਗਾਲਾ? ਚੂਹੇ ਦੇ ਸੱਜ ਬੰਨ੍ਹਤਾ, ਚੂਹਾ ਖੜ੍ਹ 'ਚ ਤਾਂ ਪਹਿਲਾਂ ਨਹੀਂ ਵੜਦਾ, ਮਨ ਤਾਂ ਪਹਿਲੇ ਨਹੀਂ ਆਪਦੇ ਘਰ ਨੂੰ ਜਾ ਰਿਹਾ, ਕਾਲ ਕਿਵੇਂ ਛੱਡੂਗਾ? ਅਸੀਂ ਤਾਂ ਦਰਸ਼ਨ ਕਰਨਾ ਹੈ, ਮਨ ਬੁੱਧੀ ਨੇ ਦਰਸ਼ਨ ਕਰਨਾ ਪਹਿਲਾਂ ਆਪਦੇ ਮੂਰ ਦਾ, ਹਲ ਦਾ।
ਆਪਦੇ ਮੂਲ ਤੋਂ ਵਿਛੜੀ ਹੋਈ ਹਰ ਬਿਸਰਤ ਸਦਾ ਖੁਆਰੀ। ਇਹ ਹਰੀ ਦੀ ਸੋਝੀ ਹੈ ਭਾਈ। ਹਰ ਹਰ ਕਥਾ ਇਹੋ ਸਤਿਗੁਰੂ ਉਪਦੇਸ਼ ਕਰਦੇ ਨੇ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਅੱਗੇ ਸਤਿਗੁਰ ਦੂਆ ਪੱਖ 'ਚ ਕੀ ਸਮਝਾਉਂਦੇ ਆਪਾਂ ਨੂੰ? ਏਕ ਆਸ ਹਰ ਮਨ ਰੱਖੋ। ਇੱਕ ਹੀ ਆਸ ਰੱਖਣੀ ਹੈ, ਇੱਕ ਹਰ ਦਾ ਦਰਸ਼ਨ। ਬਾਣੀ ਹਰ ਦਰਸ਼ਨ ਹੈ ਭਾਈ। ਭਗਤ ਕਬੀਰ ਜੀ ਵੀ ਆਪਾਂ ਨੂੰ ਸਮਝਾਉਂਦੇ ਆ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ। ਮਰਨਾ ਕਿਹੜਾ ਭਾਈ? ਉਹ ਇੱਛਾ ਦਾ ਹੀ ਮਰਨਾ ਭਾਈ, ਹੋਰ ਕੋਈ ਮਰਨਾ ਨਹੀਂ। ਇੱਥੇ ਤਾਂ ਸਰੀਰ ਬਦਲਦਾ, ਬਾਣੀ ਤਾਂ ਮੰਨਦੀ ਹੀ ਨਹੀਂ। ਸਾਰੇ ਪ੍ਰਚਾਰਕ ਵੀ ਉਹੀ ਗੱਲਾਂ ਫਿਰ ਕਰੀ ਜਾਂਦੇ ਨੇ। ਫਿਰ ਸਾਡਾ ਵੱਖਰਾ ਮਾਰਗ ਕਿਵੇਂ ਹੋ ਗਿਆ? ਇਹਦੀ ਵਿਲੱਖਣਤਾ, ਜਿਹੜੀ ਵਿਲੱਖਣਤਾ ਸੱਚ ਦੀ ਸਿੱਖੀ ਦੀ, ਇਹ ਕੀ ਹੋਈ? ਫਿਰ ਤਾਂ ਸੰਸਾਰ ਨੇ ਰਲਗੱਡ ਕਰਤੀ। ਆਪਾਂ ਬਾਣੀ ਤਾਂ ਕਹਿੰਦੀ ਨਾ ਕਿਸ ਜਨਮੇ ਨਾ ਕਿਸ ਮਰੈ, ਨਾ ਕਿਸ ਆਇਬੋ ਨਾ ਕਿਸ ਜਾਬੋ, ਰਾਮ ਕੀ ਦੁਹਾਈ। ਬਾਣੀ ਤਾਂ ਬਾਰ-ਬਾਰ ਦੁਹਰਾ ਰਹੀ ਆਪਾਂ ਨੂੰ ਵੀ ਜੰਮਦਾ ਮਰਦਾ ਇੱਥੇ ਕੁਛ ਹੈ ਹੀ ਨਹੀਂ ਗਾ। ਮਰਨਾ ਸੱਚ ਹੈ ਜੀ, ਲਓ ਸੁਣ ਲਓ। ਜੇ ਮਰਨਾ ਸੱਚ ਹੈ ਤਾਂ ਫਿਰ ਬਾਣੀ ਦੀ ਕੀ ਲੋੜ ਹੈ? ਮਰਨਾ ਝੂਠ ਹੈ, ਸੰਤ ਕਾ ਦੋਖੀ ਮਰੇ ਨਾ ਜਵਾਈਏ। ਹੁਕਮ ਦੇ ਵਿਰੋਧ ਕਰਨ ਵਾਲੇ ਦੀ ਮ੍ਰਿਤੂ ਹੁੰਦੀ ਹੀ ਨਹੀਂ, ਜੰਮਣ ਮਰਨ ਘੁੰਮਦਾ ਰਹਿੰਦਾ ਹੈ। ਉਹ ਸਰੀਰ ਕਰਕੇ ਆ ਭਾਈ, ਇੱਛਾ ਕਰਕੇ ਮਰਨਾ ਹੈ। ਅਸੀਂ ਸ਼ਬਦ ਮਰੈ ਫੁਨ ਜੀਵੈ, ਫਿਰ ਬਹੁਤ ਨਾ ਮਰਨਾ ਹੋਈ। ਇਹਦੇ ਵਿੱਚ ਹੀ ਆ ਜਾਣਾ ਆਪਾਂ ਨੂੰ, ਜਿਉਂਦਾ ਹੋਣਾ ਇਹਨੇ ਮਰ ਕੇ। ਅੱਗੇ ਆਪਾਂ ਨੂੰ ਅਸ਼ਟਪਦੀ ਵਿੱਚ ਆ ਜੂਗਾ। ਹੁਣ ਇਹਦੇ ਨਾਲ ਆਪਾਂ ਇੱਕ ਪਤਾ ਹੀ ਵਿਚਾਰਨਾਵਾਂ। ਇੱਕ ਹੀ ਆਸ ਰੱਖਣੀ ਆ ਆਪਾਂ, ਕਿਹਦੀ? ਹਰੀ ਦੀ। ਨਾਨਕ ਦੁਖ ਭਰਮ ਭਉ ਜਾਏ। ਦੁੱਖ ਕੀ ਹੈ? ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਦੁੱਖ ਹੀ ਦੁੱਖ ਨੇ ਭਾਈ। ਜੰਮਣ ਮਰਨ ਦਾ ਦੁੱਖ, ਸਰੀਰ ਕਰਕੇ ਦੁੱਖ, BP ਵੱਧ ਗਿਆ, ਸ਼ੂਗਰ ਵੱਧ ਗਿਆ, ਸਾਰੀਆਂ ਬਿਮਾਰੀਆਂ ਲੱਗਣਗੀਆਂ ਭਾਈ। ਕਹਿੰਦੇ ਵੀ ਅਸੀਂ ਸਰਬ ਰੋਗ ਕਉ ਖਦ ਨਾ, ਫਿਰ ਵੀ ਨਹੀਂ, ਕਮਾਈ ਨਹੀਂ ਕਰਦੇ ਗੱਲਾਂ ਵਾਲੀਆਂ। ਗੱਲਾਂ ਨਾਲ ਨਹੀਂ ਭਾਈ ਪ੍ਰਾਪਤੀ ਹੋਣੀ। ਤਾਂ ਭਾਣੇ 'ਚ ਆਉਣਾ ਪਊ, ਗੁਰੂ ਦੇ ਲੜ ਲੱਗਣਾ ਪਊ। ਗਿਆਨ ਨਾਲ ਗੱਲੀ ਢੂੰਡੀਏ। ਭਰਮ ਕੀ ਹੈ? ਅਗਿਆਨਤਾ ਹਨੇਰਾ ਆਤਮਾ ਦੇ ਅੰਦਰ ਆ ਗਿਆ। ਜਿਵੇਂ ਸਾਨੂੰ ਹਨੇਰੇ 'ਚ ਕੋਈ ਦੀਂਦਾ ਨਹੀਂ, ਇਵੇਂ ਆਤਮਾ ਨੂੰ ਨਹੀਂ ਦੀਂਦਾ। ਜੇ ਪੈਂਡੇ ਮਹਾਂਦ ਉਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਹੇ ਮਨਾ, ਤੂੰ ਜਿੱਧਰ ਨੂੰ ਜਾ ਰਿਹਾ ਹਨੇਰਾ ਹੀ ਹਨੇਰਾ, ਨਰਕਾਂ ਦਾ ਰਾਹ ਵਾ। ਤੈਨੂੰ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਾਲ ਕਿਹੜੇ ਵੇਲੇ ਆ ਜਾਂਦਾ। ਜੇ ਹਰ ਨਾਮ ਸਾਡੇ ਕੋਲ ਹੈ, ਹਰ ਗਿਆਨ ਹੈ, ਅਸੀਂ ਸੰਸਾਰ ਦੇ ਵਿੱਚ ਵੀ ਐਨ ਨਿਰਭਉ ਹੋ ਕੇ ਜੀਵਨ ਕੱਢਾਂਗੇ ਆਪਦਾ। ਕਿਸੇ ਦਾ ਡਰ ਨਹੀਂ, ਭੈ ਨਹੀਂ। ਨਿਰਭਉ ਜਪੇ ਸਗਲ ਭਉ ਮਿਟੇ। ਸਾਰੇ ਭੈ ਖਤਮ ਹੋ ਜਾਣਗੇ। ਆਓ ਸਾਰੇ ਭਾਈ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਦੁੱਖ ਭਰਮ ਭਉ ਡਰ ਜਾਏ, ਖਤਮ ਹੋ ਜਾਵੇ। ਸੋ ਡਰ ਕਿਹਾ ਸਭ ਡਰ ਜਾਏ। ਉਹ ਕਿਹੜਾ ਡਰ ਹੈ? ਉਹ ਹੁਕਮ ਨਾਮ ਦਾ, ਕੁਦਰਤ ਦਾ, ਜਿਹਨੇ ਸਾਰਾ ਕੁਛ ਬਣਾਇਆ। ਉਹਦੇ ਭੈ 'ਚ ਰਹਿਣਾ। ਭੈ ਬਿਨ ਭਗਤ ਨਾ ਹੋਵੀ, ਨਾ ਸੁਖ ਬਸੇ ਮਨ ਆਏ। ਨਾਨਕ ਨਾਮ ਵੀ ਹੋਣੇ ਜਾਸੀ ਜਨਮ ਗਵਾਇਆ। ਆਪਾਂ ਜਨਮ ਗਵਾ ਕੇ ਚਲੇ ਜਾਵਾਂਗੇ ਭਾਈ। ਨਾਮ ਦੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਕਿਵੇਂ ਛੱਡੀਏ? ਆਪਾਂ ਭਗਤ ਕਬੀਰ ਜੀ ਦਾ ਸਲੋਕ ਲਵਾਂਗੇ, ਥੋੜ੍ਹਾ ਜਿਹਾ ਆਪਾਂ ਨੂੰ ਹੋਰ ਸਮਝ ਆ ਜਾਊ। ਐਸੋ ਇਹ ਸੰਸਾਰ ਪੇਖਣਾ, ਰਹਿਣ ਨ ਕੋ ਪਾਈਏ ਰੇ। ਸੁਦੇ ਸੁਦੇ ਰੇਗ ਚਲੋ ਤੁਮ ਨਾਤਰ, ਧੱਕਾ ਦਵਾਈਏ ਰੇ। ਇੱਕ ਹੁੰਦਾ ਪੇਖਣਾ, ਇੱਕ ਹੁੰਦਾ ਦੇਖਣਾ। ਜਿਹੜਾ ਦੇਖਣਾ ਹੁੰਦਾ ਉਹ ਅੱਖਾਂ ਨਾਲ ਹੁੰਦਾ, ਪੇਖਣਾ ਹੁੰਦਾ ਬੁੱਧੀ ਦੀ ਦ੍ਰਿਸ਼ਟੀ ਨਾਲ। ਗੁਰ ਸ਼ਬਦ ਦੇ ਗਿਆਨ 'ਚੋਂ ਜਿਹੜਾ ਆਪਾਂ ਨੂੰ ਗਿਆਨ ਮਿਲਣਾ ਹੈ, ਨਾਮ ਪਹਿਲਾ, ਉਹ ਦਿਵ ਦ੍ਰਿਸ਼ਟੀ ਹੈ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਉਹਦੇ ਨਾਲ ਸਾਰੀ ਖੇਲ ਸਮਝ ਆਉਣੀ ਹੈ। ਉਹਦੇ ਨਾਲ ਵੇਖਣਾ ਸੰਸਾਰ ਅਸੀਂ, ਫਿਰ ਸਾਨੂੰ ਸਮਝ ਆਉਂਦੀ ਹੈ। ਅੱਖਾਂ ਤਾਂ ਸਾਰੀ ਦੇਖਦੇ ਹਾਂ, ਤਈਓ ਤਾਂ ਛੁਟਕਾਰਾ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਸੁਰ ਜਨ ਬਣ ਗਏ ਅਸੀਂ। ਸੁਰ ਹੁੰਦਾ ਦੇਵਤਾ ਆਪਦੇ ਧਾਰਮਿਕ ਕਹਾਉਣ ਵਾਲੇ। ਜਿੰਨੇ ਵੀ ਧਾਰਮਿਕ 'ਚ ਲੱਗੇ ਨੇ ਲੋਕ, ਪ੍ਰਚਾਰਕ, ਹੋਰ ਜੋ ਵੀ ਆਪਦੇ ਆਪ ਨੂੰ ਸੁਰ ਨਰ ਕਹਾਉਣ ਵਾਲੇ, ਧਾਰਮਿਕ ਦੇਵਤਾ ਕਹਾਉਣ ਵਾਲੇ। ਸੁਰ ਨੂੰ ਵਿਚਾਰੀਏ। ਸੁਰ ਕਹਿੰਦੇ ਨੇ ਦੇਵਤੇ ਨੂੰ। ਆਪਦੇ ਆਪ ਬਣਿਆ ਹੋਇਆ ਇਹ ਸੁਰ ਹੁੰਦਾ ਦੈਂਤ, ਮਨ। ਹੁਣ ਮਨ ਦੈਂਤ ਹੈ, ਪਰ ਆਪਦੇ ਆਪ ਨੂੰ ਸੁਰ ਮੰਨਦਾ ਵਾ, ਧਰਮੀ ਮੰਨਦਾ। ਧਰਮ ਤਾਂ ਹਾਲੇ ਨੂੰ ਪਤਾ ਹੀ ਨਹੀਂ ਭਾਈ। ਧਰਮ ਦੀ ਦੁਨੀਆ ਤੱਕ ਪਹੁੰਚਣਾ ਆਪਾਂ। ਕੱਚ ਪਕਾਈ ਉੱਥੇ ਪਏ, ਉਹ ਤਾਂ ਗਾਹਾਂ ਪਤਾ ਲੱਗੂਗਾ ਜਾ ਕੇ। ਇੱਥੇ ਆਪਦੇ ਆਪ ਨੂੰ ਸਰੀਰ ਕਰਕੇ ਪੂਰਨ ਮੰਨੀ ਬੈਠਾ ਹੈ। ਭਗਤ ਕਬੀਰ ਜੀ ਸਮਝਾਉਂਦੇ ਆ, ਸਿੱਧੇ ਚਲੋ ਭਾਈ ਆਪਦੇ ਰਾਹ 'ਤੇ, ਨਹੀਂ ਤਾਂ ਐਸਾ ਧੱਕਾ ਲੱਗੂਗਾ 84 ਲੱਖ ਜੂਨੀ ਨੂੰ, ਫਿਰ ਚਲੇ ਜਾਵਾਂਗੇ। ਬਾਰੇ ਬੂਢੇ ਤਰਨੇ ਪਈਆ, ਸਭੂ ਜਮ ਲੈ ਜਾਈਏ ਰੇ। ਮਾਨਸ ਬਪਰਾ ਮੂਛਾ ਕੀਨੋ, ਮੀਚ ਬਲਈਆ ਖਾਈ ਰੇ। ਮੌਤ ਬਿੱਲੀ ਚੂਹੇ ਨੂੰ ਕਿਵੇਂ ਛੱਡ ਦੂਗੀ ਭਾਈ?
ਚੂਹਾ ਅੱਖਾਂ ਵਿੱਚ ਲਈ ਬਿੱਲੀ ਥੋੜ੍ਹੀ ਛੱਡ ਦੂਗੀ। ਉਹ ਤਾਂ ਸ਼ਿਕਾਰ ਹੈ, ਉਹਦਾ ਐਵੇਂ ਕਾਲ ਦਾ ਸ਼ਿਕਾਰ ਆ ਆਪਾਂ। ਕਾਲ ਤੋਂ ਤਾਂ ਬਚਣ ਖਾਤਰ ਆਪਾਂ ਗੁਰੂ ਦੀ ਸ਼ਰਨ ਜਾਣਾ। ਮੈਂ ਉਹੀ ਸਤਿਗੁਰੂ ਸਮਝਾਉਂਦੇ ਨੇ, ਛੱਡ ਦੋ ਭਾਈ ਸਿਆਣਪਾਂ ਆਪਦੀਆਂ, ਪਰ ਛੱਡਦਾ ਨਹੀਂ ਮਨ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵੇ ਨ ਜਾਵੇ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਭਾਵ ਹੁਕਮ ਦੇ ਚਰਨਾਂ 'ਚ ਪਹੁੰਚ ਜਾਣਾ ਆਪਾਂ। ਦੇਵਲੋਕ ਤੋਂ ਬਾਅਦ ਫਿਰ ਆਪਾਂ ਸੱਚਖੰਡ ਜਿਹੜਾ ਪਹੁੰਚਣਾ, ਉਹੀ ਪਾਰ ਬ੍ਰਹਮ ਹੈ, ਉਹੀ ਸੱਚਖੰਡ ਹੈ, ਉਹੀ ਤਾਂ ਹੁਕਮ, ਉਹੀ ਨਾਮ ਹੈ। ਉਹਦੇ ਹੁਕਮ ਨਾਲ ਤਾਂ ਸ੍ਰਿਸ਼ਟੀ ਜਨਮ ਲੈਂਦੀ ਹੈ, ਉਹਦੇ ਹੁਕਮ ਨਾਲ ਸਮਾਪਤ ਹੁੰਦੀ ਹੈ ਭਾਈ। ਪਰ ਸਾਡਾ ਇੱਥੋਂ ਛੁਟਕਾਰਾ ਹੋਇਆ ਨਹੀਂ, ਭਗਤ ਅਸੀਂ ਬਣ ਜਾਂਦੇ ਹਾਂ। ਕਹਿੰਦੇ ਕਹੇ ਜਿਹੇ ਹੁੰਦੇ ਆ ਸੇਵਕ ਉਹਦੇ ਭਾਈ। ਉਹ ਜੰਮਣ ਮਰਨ ਕੱਟ ਲਿਆ ਭਾਈ, ਉਹ ਉਹਦੇ ਚਰਨਾਂ 'ਚ ਪਹੁੰਚ ਗਏ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਆ ਭਾਈ। ਜੇ ਕਮਾਈ ਕਰਾਂਗੇ ਆਪਾਂ ਉਹ ਸਾਰੇ ਮਿਲ ਕੇ, ਇਹਨੂੰ ਵਿਚਾਰਦੇ ਰਹੀਏ, ਜੋ ਗਿਆਨ ਪੈਦਾ ਹੋਊ। ਗਿਆਨ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ। ਉਸ ਤੋਂ ਬਾਅਦ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਅਵਸਥਾ ਦੇ ਨਾਂ ਨੇ, ਮੁਕਤੀ ਵੀ, ਗਿਆਨ ਵੀ। ਪਹਿਲਾ ਸ਼ੁਰੂਆਤ ਸਾਡੇ ਜੀਵਨ ਦੀ ਆਤਮਿਕ ਸਫ਼ਰ ਕਹਿ ਲਈਏ, ਜੇ ਹੋਣ ਲੱਗ ਗਿਆ, ਸਾਨੂੰ ਗਿਆਨ ਹੋਣ ਲੱਗ ਗਿਆ, ਸਮਝ ਲਓ ਮਾਲਕ ਨੇ ਸਾਡੇ 'ਤੇ ਰਹਿਮਤ ਕਰਤੀ। ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਆਏ ਕਬੀਰ ਸੁਣੋ ਰੇ ਸੰਤੋ, ਮਿਲੇ ਸਾਰੰਗ ਪਾਣੀ ਨਾ। ਦੇਖੋ ਫਿਰ ਭਗਤ ਕਬੀਰ ਜੀ, ਫਿਰ ਆ ਵੀ ਸਤਿਗੁਰ ਵੀ ਉਹੀ ਸਮਝਾ ਰਹੇ ਨੇ। ਤਜੋ ਭਾਵ ਛੱਡੋ ਭਾਈ। ਪੁੱਤਰ ਕਲੱਤਰ ਨੂੰ, ਘਰ ਵਾਲੇ ਜੋ ਡਿਊਟੀਆਂ ਨੇ ਕੁਦਰਤ ਨੇ ਲਾਈਆਂ, ਨੂੰ ਛੱਡ ਕੇ ਨਹੀਂ ਜਾਣਾ। ਪਕਾਉਣੀਆਂ ਨੇ ਡਿਊਟੀਆਂ, ਭਾਣੇ 'ਚ ਰਹਿਣਾ ਵਾ। ਜੋ ਡਿਊਟੀ ਲਾਈ ਹੈ ਕੁਦਰਤ ਨੇ, ਉਹਨੂੰ ਮਿੱਠਾ ਕਰਕੇ ਮੰਨ ਕੇ ਡਿਊਟੀ ਪਕਾ ਕੇ ਜਾਣਾ ਆਪਦੇ ਘਰ ਨੂੰ। ਤਜੋ ਤੋਂ ਭਾਵ ਫਿਰ ਆ ਗਿਆ, ਉਹ ਛੱਡਣੀ ਕਿਵੇਂ ਆ? ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ। ਇਹੀ ਤਾਂ ਬਾਣੀ ਜਾਣਕਾਰੀ ਕਰਾਉਂਦੀ ਆ ਆਪਾਂ ਨੂੰ। ਇਹਦਾ ਤਾਂ ਗਿਆਨ ਦਿੰਦੀ ਵੀ ਕਿਵੇਂ ਛੱਡਣਾ। ਆਪਦੀ ਮੱਤ ਨਾਲ ਨਹੀਂ ਅਸੀਂ ਛੱਡ ਸਕਦੇ। ਆਪਦੀ ਮੱਤ ਨਾਲ ਤਾਂ ਅਸੀਂ ਉਲਝ ਸਕਦੇ ਹਾਂ। ਝੱਜਾ ਉਰਜ ਸੂਰਜ ਨਹੀਂ ਜਾਣੇ, ਆਪਦੇ ਆਪ ਨਹੀਂ ਅਸੀਂ ਸੁਲਝ ਸਕਦੇ। ਗੁਰ ਕੀ ਮੱਤ ਨਾਲ ਆਪਾਂ ਸੁਲਝਣਾ। ਗੁਰ ਕੀ ਮੱਤ ਲੈਣੀ ਆ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਹਰ ਪਾਰ ਹੈ ਮਾਇਆ ਤੋਂ, ਮਾਇਆ 'ਚ ਨਹੀਂ ਆਉਂਦਾ ਉਹ, ਸਰੀਰ ਤੋਂ ਪਰੇ ਆ। ਗੁਰ ਸ਼ਬਦ ਦੇ ਗਿਆਨ ਨਾਲ ਅਸੀਂ ਉਹਦੇ ਚਰਨਾਂ 'ਚ ਪਹੁੰਚਣਾ। ਕੀ ਨਹੀਂ ਜਾਣਾ? ਧਿਆਨ ਨਹੀਂ ਜਾਣਾ। ਧਿਆਨ ਤਾਂ ਇੱਥੇ ਕਨਵਰਟ ਹੋਇਆ ਪਿਆ ਸਾਡਾ ਸਾਰਾ ਹੀ। ਸੁੱਤੇ ਉੱਠਦੇ ਸਿੱਧੀ ਬ੍ਰੇਨ 'ਚ ਆਉਂਦੀ ਹੈ, ਸੰਸਾਰ ਨਾਲ ਜੁੜ ਜਾਂਦੀ ਹੈ। ਸਾਰਾ ਦਿਨ ਕਲਪਨਾ ਕਰਦੇ ਰਹਿੰਦੇ ਹਾਂ, ਥੱਕ ਕੇ ਫਿਰ ਸੌਂ ਜਾਂਦੇ ਹਾਂ। ਫਿਰ ਉਹਦੇ ਚਰਨਾਂ ਜਾਂਦੇ ਹਾਂ, ਐਨਰਜੀ ਲੈ ਕੇ ਆਉਂਦੇ ਹਾਂ, ਸਵੇਰੇ ਫਿਰ ਇਹੀ ਹਾਲ। ਸਦੀਆਂ ਤੋਂ ਹੀ ਚੱਲਿਆ ਆਉਂਦਾ ਭਾਈ ਇਹ ਹਾਲ। ਉਹਦੇ ਚਰਨਾਂ 'ਚ ਕਿਵੇਂ ਪਹੁੰਚਾਂਗੇ? ਉਹੀ ਭਗਤ ਕਬੀਰ ਜੀ ਸਮਝਾਉਂਦੇ ਆ, ਉਹੀ ਪੰਚਮ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ। ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ, ਇਹ ਛੱਡੋ ਭਾਈ। ਜਿਹੜੇ ਅਸੀਂ ਪ੍ਰੇਮ ਪਾ ਲਏ, ਸੰਗਲ ਪਾ ਲਏ, ਜਾਨੀ ਰਹੇ। ਉਹੀ ਤਾਂ ਬਾਣੀ ਆਪਣਾ ਛੁਟਕਾਰਾ ਕਰਾਉਂਦੀ ਹੈ। ਦੁੱਖ ਪਰ ਹਰ ਸੁੱਖ ਕਰ ਲਾਏ। ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁੱਖ ਸਾਗਰ 'ਚ ਲੈ ਜਾਂਦੀ ਹੈ। ਕਹੇ ਕਬੀਰ ਸੁਣੋ ਰੇ ਸੰਤੋ, ਸੰਤਾਂ ਨੂੰ ਉਪਦੇਸ਼ ਆ ਭਾਈ। ਸੰਸਾਰੀ ਸੰਤ ਅਨੇਕ ਮਤੀ ਕੇ ਨੇ। ਦਸਮ ਪਾਤਸ਼ਾਹ ਨੇ ਵੀ ਸਮਝਾਇਆ, ਸੰਤ ਸਮੂਹ ਅਨੇਕ ਮਤੀ ਕੇ। ਅਲੱਗ ਅਲੱਗ ਮੱਤਾਂ ਨੇ ਭਾਈ, ਉਹਨਾਂ ਦੇ ਆਪਦੇ ਅਲੱਗ ਅਲੱਗ ਧਰਮ ਨੇ। ਗੁਰਮਤ ਨਹੀਂ ਹੈਗੀ ਭਾਈ, ਉਹਨਾਂ ਦਾ ਆਪਦਾ ਵਿਸ਼ਾ ਕੋਈ, ਉਹਨਾਂ ਦਾ ਆਪਦਾ ਜੀਵਨ ਹੈ। ਬਾਣੀ ਤਾਂ ਉਹਨਾਂ ਨੂੰ ਉਪਦੇਸ਼ ਕਰਦੀ ਹੈ, ਪਰ ਅਸੀਂ ਤਾਂ ਗੁਰੂ ਦੇ ਲੜ ਲੱਗਣਾ। ਗੁਰੂ ਕੇ ਸਿੱਖ ਕਹਾਉਣੇ ਜ਼ਰੂਰ, ਅਸੀਂ ਗੁਰੂ ਦੀ ਸੁਣਦੇ ਕੋਈ ਨਹੀਂ ਹੈਗੇ। ਉੱਪਰੋਂ ਅਸੀਂ ਭੇਖ ਕਰਕੇ ਪੂਰੇ ਹੋ ਜਾਂਦੇ ਹਾਂ। ਜੇ ਵਿਚਾਰ ਕਰੀਏ ਤਾਂ ਊੜਾੜਾ ਵੀ ਨਹੀਂ ਆਉਂਦਾ ਹੈਗਾ। ਹੋਰ ਬਥੇਰੀਆਂ ਗੱਲਾਂ ਸੁਣਾਉਂਦੇ ਨੇ, ਗੁਰੂ ਦੇ ਬਾਰੇ ਕੋਈ ਵਿਚਾਰ ਨਹੀਂ ਕਰਦਾ। ਜਾਂਦੇ ਰਹਿੰਦੇ ਜਗ੍ਹਾ ਜਗ੍ਹਾ। ਅਸੀਂ ਇਹੀ ਬੇਨਤੀ ਕਰੀਦਾ ਭਾਈ ਸੰਗਤ ਨੂੰ, ਤੁਹਾਡਾ ਆਪਦਾ ਜੀਵਨ ਹੈ, ਜੇ ਸੁਧਾਰਨਾ ਭਾਈ ਗੁਰੂ ਨਾਲ ਜੁੜਨਾ ਹੀ ਪਊਗਾ। ਜੇ ਮੁਕਾਉਣਾ ਵਾ, ਦੁੱਖਾਂ ਤੋਂ ਛੁਟਕਾਰਾ ਪਾਉਣਾ, ਫਿਰ ਸਰਨ ਤਾਂ ਜਾਣਾ ਹੀ ਪਊ। ਸਰਨ ਤਾਂ ਉਦੋਂ ਚਾਹੀਦਾ ਜਦੋਂ ਸਾਡਾ ਕੰਮ ਮੁੱਕ ਜਾਵੇ। ਸਾਡਾ ਸੰਸਾਰ ਦਾ ਕੰਮ ਹੀ ਨਹੀਂ ਮੁੱਕਿਆ ਹੋਈ। ਸਤਿਗੁਰਾਂ ਨੇ ਸਮਝਾਇਆ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ। ਉਹ ਛੱਡੋ ਭਾਈ ਆਪਦੀ ਸਿਆਣਪ। ਤੁਹਾਡੀ ਕੀ ਆ? ਸ਼ਾਇਦ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਜੋ ਕਾਲ ਆਉਂਦਾ ਇੱਕ ਵੀ ਨਹੀਂ ਚੱਲਦੀ ਹੈਗੀ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੋੜ ਮੇ ਲਾਗੇ। ਫਿਰ ਹੱਥਾਂ ਜੋੜੀ ਕਰਦਾ, ਫਿਰ ਕੀ ਫਾਇਦਾ ਉਹਦਾ? ਫਿਰ ਕੀ ਕਹਿੰਦਾ, ਕਰੂੰ ਅਰਦਾਸ ਗਾਉਂ ਕਿਸ ਬਾਕੀ ਲਿਹੂੰ ਨਵੇਰ ਰਾਜ ਕੇ ਰਾਤੀ। ਫਿਰ ਕੁਛ ਨਹੀਂ ਚੱਲਦਾ ਭਾਈ, ਸਮਾਂ ਆ ਜਾਂਦਾ ਵਾ। ਆਪਾਂ ਪਹਿਲਾਂ ਘਰ ਪਹੁੰਚਣਾ ਵਾ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਜਿਨ੍ਹਾਂ ਦਾ ਧਿਆਨ ਲੱਗ ਗਿਆ। ਧਿਆਨ ਕੀ ਹੁੰਦਾ? ਗਿਆਨ। ਬਾਣੀ ਪਹਿਲਾਂ ਇੱਕ ਦਾ ਗਿਆਨ ਕਰਾਉਂਦੀ ਹੈ ਸਾਨੂੰ, ਉਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ। ਫਿਰ ਅਸੀਂ ਧਿਆਨ ਦੀ ਦੁਨੀਆ 'ਚ ਚਲੇ ਜਾਂਦੇ, ਬਿਲਕੁਲ ਸ਼ਾਂਤ ਸਹਿਜ ਦੁਨੀਆ 'ਚ ਚਲੇ ਜਾਂਦੇ ਹਾਂ। ਸੰਸਾਰ 'ਚ ਰਹਿੰਦਾ ਹੋਇਆ ਵੀ ਉਹਦੀ ਪਹਿਚਾਣ ਨਹੀਂ ਹੁੰਦੀ। ਵਿਚਾਰ ਤੋਂ ਹੀ ਪਤਾ ਲੱਗਦਾ ਉਹ ਗੁਰਸਿੱਖ ਦਾ। ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸਗਲ ਸੰਗ ਆਤਮ ਉਦਾਸ, ਐਸੀ ਯੁਕਤ
ਨਾਨਕ ਰਾਮਦਾਸ। ਰਾਮ ਦੇ ਦਾਸ ਕਹੇ ਜਿਹੇ ਹੁੰਦੇ ਨੇ ਭਾਈ, ਜੁਗਤੀ ਹੁੰਦੀ ਉਹਨਾਂ ਕੋਲ, ਸਾਰਿਆਂ 'ਚ ਰਹਿੰਦੇ ਹੋਏ ਵੀ ਉਹਦੇ ਨਾਲ ਜੁੜੇ ਰਹਿੰਦੇ, ਪਤਾ ਨਹੀਂ ਲੱਗਦਾ ਹੈਗਾ। ਬਾਬਾ ਫਰੀਦ ਦਾ ਸਲੋਕ ਲੈ ਰਹੇ, ਸਾਵਰ ਅੰਦਰ ਸਾਵਰੀ ਏਵੇਂ ਰਹਿਣ, ਹੋ ਨਜ਼ੀਕ ਖੁਦਾ ਦੇ ਭੇਤ ਨਾ ਕਿਸੇ ਦਿਨ। ਕਿਹਨੂੰ ਭੇਤ ਦੇਣਾ? ਅੰਨਿਆਂ ਨੂੰ ਭਾਈ। ਇਹ ਤਾਂ ਅੰਨਾ ਮਾਰ ਗਿਆ ਸਾਰਾ ਸੰਸਾਰ, ਅੰਨੇ ਆਪਾਂ। ਉਹ ਅੰਨਿਆਂ ਨੂੰ ਤਾਂ ਬਾਣੀ ਰਾਹ ਪਾਉਂਦੀ ਹੈ, ਪਰ ਅਸੀਂ ਤਾਂ ਆਪ ਹੀ ਸਿਆਣੇ ਬਣੇ ਬੈਠੇ ਹਾਂ, ਸੁਜਾਖੇ ਬਣੇ ਬੈਠੇ ਹਾਂ। ਆਸਾ ਦੀ ਵਸਤ ਗੁਰਾਂ ਨੇ ਕੀ ਸਮਝਾਇਆ? ਮਨ ਅੰਧਾ ਨਾਉ ਸੁਜਾਨ। ਕਹਿੰਦੇ ਅੰਨੇ ਦਾ ਨਾਂ ਸਿਆਣਾ ਰੱਖਿਆ ਹੋਇਆ, ਅੰਨੇ ਕਾ ਨਾਂ ਪਾਰਖੂ। ਚਲੋ ਇਹ ਆਪਾਂ ਨਹੀਂ ਕਰਨਾ ਭਾਈ, ਆਪਾਂ ਉਹਦੀ ਰਹਿਮਤ ਲੈਣੀ ਹੈ। ਉਹੀ ਭਗਤ ਕਬੀਰ ਜੀ ਸਮਝਾਉਂਦੇ ਆ, ਕਹੇ ਕਬੀਰ ਸੁਣੋ ਰੇ ਸੰਤੋ, ਮਿਲੇ ਸਾਰੰਗ ਪਾਣੀ ਰੇ। ਬਬੀਹੇ ਰੂਪੀ ਮਨ ਨੂੰ ਫਿਰ ਨਾਮ ਰੂਪੀ ਜਲ ਮਿਲਦਾ ਹੈ। ਜਿਵੇਂ ਬਬੀਹਾ ਸਾਰੰਗ ਪਾਣੀ ਨੂੰ ਬਰਲਾਪ ਕਰਦਾ ਰਹਿੰਦਾ, ਐਂ ਆਪਾਂ ਜੁੜੇ ਰਹਿਣਾ ਹੈ, ਧਿਆਨ ਰੱਖਣਾ ਹੈ ਕਾਚ ਗੁਰ ਸ਼ਬਦ 'ਚ। ਬਹੁਤ ਲੋਕ ਕਹਿੰਦੇ ਰੱਬ ਦਾ ਧਿਆਨ ਲਾਓ, ਰੱਬ 'ਚ ਧਿਆਨ ਰੱਖੋ। ਰੱਬ ਦਾ ਸਾਰਿਆਂ ਦਾ ਧਿਆਨ ਰੱਖਦਾ ਭਾਈ। ਅਸੀਂ ਇਹ ਧਿਆਨ ਰੱਖਣਾ ਵੀ ਸਾਡਾ ਜਿਹੜਾ ਹੈਗਾ ਮਨ ਬਾਹਰ ਨਾ ਭੱਜੇ। ਇਹ ਤਾਂ ਤਪ ਹੈ। ਪ੍ਰਭ ਕੀ ਸਿਮਰਨ ਜਪ ਤਪ ਪੂਜਾ। ਸਿਮਰਨ ਤੋਂ ਭਾਵ ਸੋਝੀ ਜਦੋਂ ਹੋ ਜਾਂਦੀ, ਸਾਨੂੰ ਗਿਆਨ ਹੋ ਜਾਂਦਾ ਹੈ, ਤਪ ਸ਼ੁਰੂ ਹੁੰਦਾ ਸਾਡਾ। ਫਿਰ ਤਪ ਕੀ ਹੈ? ਮਨ ਨੂੰ ਬੁਰਾਈਆਂ ਤੋਂ ਰੋਕ ਕੇ ਰੱਖਣਾ, ਅੰਦਰੋਂ ਬਾਹਰ ਜਾਣ ਦੇਣਾ ਹੀ ਨਹੀਂ। ਜਿਵੇਂ ਬੱਚੇ ਨੂੰ ਬਾਹਰ ਨਹੀਂ ਆਪਾਂ ਜਾਣ ਦਿੰਦੇ, ਛੋਟਾ ਹੁੰਦਾ, ਐਵੇਂ ਮਨ ਜਾਣਾ ਵਾ। ਫਿਰ ਪੂਜਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਜਿਹੜੀ ਬਾਹਰ ਪੂਜਾ ਕਰਦੇ ਹਾਂ ਉਹ ਕਰਮ ਹੈ। ਮਿਲੇ ਸਾਰੰਗ ਪਾਣੀ ਦੇ, ਫਿਰ ਸਾਨੂੰ ਇਹ ਪ੍ਰਾਪਤੀ ਹੋਊਗੀ। ਕਿਵੇਂ ਛੱਡਾਂਗੇ? ਅੱਗੇ ਸਤਿਗੁਰ ਸਮਝਾਉਣਗੇ ਆਪਾਂ ਨੂੰ। ਇੱਥੇ ਆਪਾਂ ਸਲੋਕ ਨੂੰ ਵਿਚਾਰੇ ਵੀ, ਆਪਾਂ ਭਗਤ ਕਬੀਰ ਦਾ ਸਲੋਕ ਵੀ ਲਈ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ। ਹੁਣ ਆਪਾਂ ਇੱਕ ਪਦਾ ਦੇ ਨਾਲ ਵਿਚਾਰ ਲੈਣਾ, ਜਿਵੇਂ ਪਿੱਛੇ ਕਰਦੇ ਆਏ ਹਾਂ, ਇਵੇਂ ਆਪਾਂ ਲੜੀ ਬਾਰੇ ਰਹਿਮਤ ਲੈਣੀ ਹੈ ਦਾਤੇ ਦੀ। ਪਹਿਲਾ ਪਦਾ ਸ਼ੁਰੂ ਹੋ ਗਿਆ, ਮਾਣੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਪਰ ਮਨ ਕਿਵੇਂ ਮੰਨੂਗਾ? ਭਗਵਾਨ ਕਿਹੜਾ ਦੀਂਦਾ ਹੈ? ਕਹਿੰਦੇ ਸਾਰੇ ਨੇ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਕਹੂ। ਸਾਰੇ ਬੋਲਦੇ ਨੇ ਸੱਚੀ ਬਾਣੀ ਆ ਭਾਈ, ਅਡੋਲ ਹੈ, ਮੰਨਦਾ ਕੋਈ ਨਹੀਂ ਹੈਗਾ। ਮੰਨਾਂਗੇ ਕਿਵੇਂ? ਜਦੋਂ ਇਹਨੂੰ ਵਿਚਾਰਾਂਗੇ। ਪਰ ਅਸਤਾਵ ਦੀ ਬੁੱਧੀ ਨਾਲ ਇਹਨੂੰ ਕਥਨ ਕਰਨ ਲੱਗ ਜਾਂਦੇ ਨੇ। ਸਾਡੀ ਬੁੱਧੀ ਦਾ ਵਿਸ਼ਾ ਹੈ, ਕਥਨ ਨਹੀਂ ਇਹਨੂੰ ਕੋਈ ਕਰ ਸਕਦਾ। ਕਥਨ ਕਰਤੀ ਗੁਰੂ ਭਗਤ ਸਾਹਿਬਾਨਾਂ ਨੇ, ਦੇਖ ਕੇ ਉਹਨਾਂ ਨੇ ਕੀਤੀ ਹੈ ਸਾਰੀ। ਅਸੀਂ ਵਿਚਾਰ ਕਰਨੀ, ਜਿਹੜਾ ਵਿਚਾਰ 'ਚੋਂ ਗਿਆਨ ਪੈਦਾ ਹੋਣਾ ਉਹ ਸਿਮਰਨ ਹੈ, ਉਹ ਸਮਝ ਹੈ। ਉਹਦੇ ਨਾਲ ਸਾਰੀ ਖੇਲ ਸਾਨੂੰ ਸਮਝ ਆਉਣੀ ਹੈ। ਸਤਿਗੁਰਾਂ ਨੇ ਤਾਂ ਕਹਿਤਾ ਮਾਣ ਕੀ ਟੇਕ ਬਿਰਥੀ ਸਭ ਜਾਣ, ਪਰ ਅਸੀਂ ਤਾਂ ਮੰਨੀ ਬੈਠੇ ਹਾਂ। ਦੇਵਨ ਕੋ ਏਕੇ ਭਗਵਾਨ, ਫਿਰ ਵੀ ਜਾਣਦੇ ਅਸੀਂ। ਕਿਉਂ ਜਾਣਦੇ? ਅਗਿਆਨੀ ਹੈ, ਗਿਆਨ ਨਹੀਂ ਹੈਗਾ ਸਾਨੂੰ। ਜਿੱਦਣ ਗਿਆਨ ਹੋਊ ਛੱਡ ਦੂਗਾ। ਬਾਣੀ ਗਿਆਨ ਤਾਂ ਕਰਾਉਂਦੀ ਇੱਕ ਦਾ, ਇਹ ਯੁੱਗ ਮੇ ਏਕੇ ਕੋ ਆਇਆ ਜਨਮਤ ਮੋਇਆ, ਮੋਹਣੀ ਮਾਇਆ। ਮਾਇਆ ਦਾ ਮੋਇਆ ਹੋਇਆ। ਹੁਣ ਮਾਇਆ ਦਾ ਮੋਇਆ ਹੋਇਆ, ਮਾਇਆ 'ਚ ਫਸੇ, ਆਪਦੀ ਮਤ ਨਾਲ ਤਾਂ ਨਿਕਲ ਨਹੀਂ ਸਕਦੇ। ਉਹੀ ਤਾਂ ਕਿਰਪਾ ਲੈਣੀ ਹੈ ਦਾਤੇ ਦੀ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਈ। ਦਾਤਾ ਤੇਰੀ ਕਿਰਪਾ ਰਹਿਮਤ ਨਾਲ ਇਹ ਜਾਲ ਕੱਟਿਆ ਜਾ ਸਕਦਾ। ਆਪਦੀ ਮਤ ਨਾਲ ਅਸੀਂ ਕੱਟ ਨਹੀਂ ਸਕਦੇ, ਪਾ ਤਾਂ ਸਕਦੇ ਹਾਂ। ਸਤਿਗੁਰ ਸਮਝਾਉਂਦੇ, ਜਿਸ ਕੇ ਦੀਏ ਰਹੇ ਅਗਾਏ, ਬਹੁਤ ਨਾ ਤ੍ਰਿਸ਼ਨਾ ਲਾਗੇ ਆਏ। ਉਹਦੀ ਕਿਰਪਾ ਰਹਿਮਤ ਨਾਲ ਜਦੋਂ ਸਾਨੂੰ ਇਹ ਗਿਆਨ ਹੁੰਦਾ ਹੈ, ਮਨ ਰੱਜ ਜਾਂਦਾ ਹੈ। ਛੱਬੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਜਦੋਂ ਸ੍ਰਿਸ਼ਟੀ ਦਾ ਪਾਲਕ ਹੀ ਉਹਦੇ ਚਰਨਾਂ 'ਚ ਹੀ ਪਹੁੰਚ ਜਾਈਏ, ਫਿਰ ਇੱਛਾ ਕਿਵੇਂ ਰਹਿ ਜਾਊਗੀ? ਇੱਛਾ ਅਸੀਂ ਬਾਹਰ ਨੂੰ ਦੇਖਦੇ ਹਾਂ ਤਾਂ ਸਾਡੇ ਅੰਦਰ ਇੱਛਾ ਪੈਦਾ ਹੁੰਦੀਆਂ ਨੇ। ਇਹ ਕਿਵੇਂ ਪ੍ਰਾਪਤੀ ਹੋਊਗੀ? ਬਾਹਰ ਨੂੰ ਨਹੀਂ ਝਾਕਣਾ। ਗੱਗਾ ਗੁਰ ਕੇ ਬਚਨ ਬਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਗ੍ਰੰਥ ਸਾਹਿਬ ਤੋਂ ਬਿਨਾਂ, ਗੁਰ ਸ਼ਬਦ ਤੋਂ ਬਿਨਾਂ, ਗੁਰੂ ਘਰ ਤੋਂ ਬਿਨਾਂ ਅਸੀਂ ਬਿਲਕੁਲ ਤਿਆਗ ਕਰਾਂਗੇ ਤਾਂ ਸਾਨੂੰ ਇਹ ਪ੍ਰਾਪਤੀ ਹੋਊਗੀ। ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ। ਬਾਹਰ ਝਾਕਣਾ ਹੀ ਨਹੀਂ ਹੈਗਾ। ਜਿਸ ਕੇ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਇਹ ਤ੍ਰਿਸ਼ਨਾ ਹੀ ਤਾਂ ਅਗਨੀ ਹੈ ਭਾਈ। ਇਹ ਤ੍ਰਿਸ਼ਨਾ ਤਾਂ ਕਾਲ ਹੈ। ਇਹ ਤ੍ਰਿਸ਼ਨਾ ਸਾਨੂੰ ਕਿਵੇਂ ਪਤਾ ਲੱਗੂਗਾ? ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਲੈਣੇ, ਮੰਨੇ ਸੁਰਤ ਹੋਵੇ ਮਨ ਵੱਧ। 10 ਪੌੜੀਆਂ ਆਪਾਂ ਸੁਣਨ ਦੀਆਂ, ਜਦੋਂ ਸੁਣਨ ਲੱਗ ਜਾਂਦਾ ਮਨ ਵਿਚਾਰਨ ਲੱਗ ਜਾਂਦਾ ਹੈ, ਫਿਰ ਜੋ ਗਿਆਨ ਹੁੰਦਾ ਆਪੇ ਹੀ ਮੰਨ ਜਾਂਦਾ। ਇਹਨੂੰ ਪੈਣ ਦੀ ਲੋੜ ਨਹੀਂ ਹੈਗੀ। ਇਹ ਐਸੀ ਬਾਣੀ ਹੈ, ਸ਼ਕਤੀਸ਼ਾਲੀ ਗਿਆਨ ਹੈ, ਸਾਡੇ ਅੰਦਰ ਪ੍ਰਵੇਸ਼ ਕਰ ਜਾਂਦਾ। ਸਤ ਬਚਨ ਸਾਧੂ ਉਪਦੇਸ਼। ਸਤ ਬਚਨ ਨੇ ਇਹ, ਸਾਧੂ ਦੀ ਬਾਣੀ ਹੈ। ਸਤ ਤਾਂ ਜਾ ਕੇ ਹਿਰਦੇ ਪ੍ਰਵੇਸ਼, ਅੱਗੇ ਆਪਾਂ ਨੂੰ ਆ ਜਾਣਾ, ਪ੍ਰਵੇਸ਼ ਕਰ ਜਾਂਦੇ ਅੰਦਰ। ਇਹਨੂੰ ਕੋਈ ਰੋਕ ਨਹੀਂ ਸਕਦਾ। ਝੂਠ ਬਾਹਰ ਨਿਕਲ ਜਾਂਦਾ ਹੈ। ਜਿਸ ਕੇ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਫਿਰ ਤ੍ਰਿਸ਼ਨਾ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ, ਸਾਡੀ ਭਗਤੀ ਸ਼ੁਰੂ ਹੁੰਦੀ ਹੈ।
ਗੁਣ ਵੀ ਕੋਈ ਨਹੀਂ ਸਾਡੇ 'ਚ, ਭਗਤ ਅਸੀਂ ਪੂਰਨ ਹੈ। ਸਾਰੀਆਂ ਡਿਗਰੀਆਂ ਆਪਾਂ ਵਿਚਾਰਦੇ ਹਾਂ, ਹਰ ਇੱਕ ਪੰਕਤੀ 'ਚ, ਹਰ ਇੱਕ ਅਸ਼ਟਪਦੀ 'ਚ, ਸ਼ਲੋਕ ਜਿੰਨਾ ਵੀ ਆਪਾਂ ਨੂੰ ਮਹਾਰਾਜ ਨੇ ਬੁੱਧ ਬਲ ਬਖਸ਼ਿਆ, ਆਪਾਂ ਹਰ ਇੱਕ ਜਗ੍ਹਾ ਵਿਚਾਰ ਕੇ ਸੰਗਤ ਨੂੰ ਸਮਝਾਈਦਾ ਵਾ ਵੀ ਭਾਈ ਜਿੰਨੀਆਂ ਵੀ ਅਸੀਂ ਪ੍ਰਾਪਤੀਆਂ ਮੰਨੀ ਬੈਠੇ ਜਾਂ ਕਰਦੇ ਆਏ ਹਾਂ, ਕਰਦੇ ਰਹਾਂਗੇ, ਉਹ ਸਰੀਰ ਕਰਕੇ ਨੇ। ਇੱਥੋਂ ਆਤਮਿਕ ਸਫ਼ਰ ਸ਼ੁਰੂ ਹੋਣਾ ਆਪਣਾ, ਉਹ ਤਾਂ ਹੋਇਆ ਹੀ ਨਹੀਂ ਹਲੇ। ਮ੍ਰਿਤ ਲੋਕ 'ਚ ਬੈਠੇ ਹਾਂ, ਇੱਥੇ ਸੁੱਖ ਸਾਗਰ ਬਣਾਈ ਜਾਂਦੇ, ਇਹ ਨਹੀਂ ਬਣਦਾ ਹੁੰਦਾ। ਇਹ ਮ੍ਰਿਤ ਲੋਕ ਹੈ, ਮੜੀ ਹੈ ਇਹ, ਸਾਰੇ ਮਰੇ ਹੋਏ ਆ, ਸੁੱਤੇ ਪਏ ਆ। ਜਿਹੜਾ ਆਪਦਾ ਕੰਮ ਕਰਨਾ ਉਹ ਤਾਂ ਸੁੱਤਾ ਪਿਆ ਵਾ, ਬਾਣੀ ਜਗਾਉਂਦੀ ਆ, ਜਾਗਣਾ ਵਾ ਆਪਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਮਾਰੇ ਰਾਖੇ ਏਕੋ ਆਪ ਮਾਨ ਕੇ ਕਿਛ ਨਾਹੀ ਆਤ। ਅਸੀਂ ਕਹਿੰਦੇ ਸਾਡਾ ਉਹਨੇ ਨੁਕਸਾਨ ਕਰਤਾ, ਉਹਨੇ ਮਾਰਤਾ, ਪਰ ਗੁਰੂ ਸਾਹਿਬ ਤਾਂ ਐਂ ਕਹਿੰਦੇ ਵੀ ਉਹਦੇ ਹੁਕਮ ਤੋਂ ਬਿਨਾਂ ਕੋਈ ਮਾਰ ਨਹੀਂ ਸਕਦਾ। ਇਹੀ ਤਾਂ ਸੰਸਾਰ ਹੈ, ਇਹੀ ਤਾਂ ਝੂਠ ਹੈ। ਉਹ ਝੂਠ ਨੂੰ ਸੱਚ ਮੰਨੀ ਬੈਠੇ ਅਸੀਂ, ਕਿ ਸਾਨੂੰ ਸੱਚ ਦਾ ਗਿਆਨ ਹੀ ਨਹੀਂ ਹੈਗਾ। ਉਹਦੇ ਹੁਕਮ ਤੋਂ ਬਿਨਾਂ ਮਾਰ ਹੀ ਨਹੀਂ ਸਕਦਾ। ਕਹਿੰਦੇ ਵੀ ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਹੀ ਤਾਂ ਦੇਖਣ ਆਇਆ ਸੀ, ਉਹ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਅਸਰਨ ਆਏ, ਜੋ ਇੱਥੇ ਆ ਕੇ ਫਿਰ ਫਸ ਗਿਆ। ਭੁੱਲ ਜਾਂਦੇ ਹਾਂ ਅਸੀਂ ਇੱਥੇ ਆ ਕੇ, ਬੰਦੇ ਦਾ 'ਚ ਕੁਛ ਨਹੀਂ ਹੈਗਾ, ਪਰ ਅਸੀਂ ਮੰਨਦੇ ਨਹੀਂ ਹੈਗੇ। ਜਦੋਂ ਗਿਆਨ ਹੁੰਦਾ ਫਿਰ ਮਨ ਮੰਨ ਜਾਂਦਾ। ਕਹੋ ਕਬੀਰ ਜਬ ਜਾਣਿਆ ਤੋਂ ਮਨ ਮਾਨਿਆ। ਜਦੋਂ ਗਿਆਨ ਹੋ ਜਾਂਦਾ ਸਾਨੂੰ, ਫਿਰ ਸਾਡਾ ਮਨ ਮੰਨ ਜਾਂਦਾ। ਕੋਈ ਵੀ ਸਾਰੇ ਉਹਦੀ ਔਲਾਦ ਆਪਾਂ, ਇੱਕ ਸ ਪਿਤਾ ਇੱਕ ਸਕੇ ਹਮ ਬਾਰਕ। ਲੱਗ ਕਿਉਂ ਹੈ? ਸੋਚ ਕਰਕੇ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਨੀ ਤੇ ਖੜੀ ਹੈ ਸਾਡੀ ਖੇਲ। ਅਸੀਂ ਬਾਹਰ ਮੁਖੀ ਹਾਂ, ਬਾਹਰ ਲੱਭਦੇ ਰਹਿੰਦੇ ਹਾਂ, ਮਾਇਆ ਨਾਲ ਜੁੜੇ ਰਹਿੰਦੇ, ਜਦੋਂ ਸਮਾਂ ਆ ਜਾਂਦਾ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਤਿਸ ਕਾ ਹੁਕਮ ਬੂ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਜੋ ਸਾਨੂੰ ਸੱਚ ਦਾ ਗਿਆਨ ਹੋ ਜਾਂਦਾ, ਉਹਦੀ ਰਹਿਮਤ ਹੋ ਜਾਂਦੀ ਹੈ, ਕੁਦਰਤ ਦੀ ਭਾਵ ਹੁਕਮ ਦੀ, ਤੇ ਸਾਨੂੰ ਸੁੱਖ ਪ੍ਰਾਪਤ ਸ਼ੁਰੂ ਹੁੰਦਾ ਹੈ। ਫਿਰ ਮਨ ਬੁੱਧੀ ਸੁੱਖ ਮਹਿਸੂਸ ਕਰਦੇ ਨੇ ਵੀ ਸਾਰਾ ਕੁਛ ਤਾਂ ਭਾਈ ਉਹਦੇ ਹੁਕਮ ਦੇ ਵਿੱਚ ਹੀ ਹੈ। ਉਸ ਅਵਸਥਾ 'ਚ ਹੀ ਕਿਹਾ ਨਾ ਜਾ ਕੇ, ਹੁਕਮੇ ਬੂਝੇ ਤਾਂ ਦਰ ਸੂਝੇ। ਆਪਣੇ ਹਉਮੈ ਬੂਝੇ ਤਾਂ ਦਰ ਸੂਝੇ। ਹਉਮੈ ਜਾਂਦੀ ਹੈ, ਸਾਡਾ ਹੰਕਾਰ ਜਾਂਦਾ ਹੈ, ਫਿਰ ਤਾਂ ਸਾਨੂੰ ਦਰਗਾਹ ਦੀ ਪਤਾ ਸੋ ਸਮਝ ਆਉਂਦੀ ਹੈ। ਸਮਝ ਕੇ ਪਹੁੰਚ ਹੀ ਜਾਂਦਾ ਉੱਥੇ। ਸਮਝਣਾ ਹੀ ਪਹੁੰਚਣਾ ਵਾ। ਚੰਗੀ ਤਰ੍ਹਾਂ ਕਿਸੇ ਮਾਰਗ ਨੂੰ ਆਪਾਂ ਸਮਝ ਲਈਏ, ਪਹੁੰਚਣਾ ਹੀ ਹੁੰਦਾ ਵਾ। ਜੇ ਤੁਰ ਵੀ ਜਾਈਏ ਅਸੀਂ, ਸਮਝੀਏ ਨਾ ਕਿਵੇਂ ਪਹੁੰਚਾਂਗੇ। ਇਹ ਸਮਝ ਕੇ ਆਪਾਂ ਗਾਂਹ ਚੱਲਣਾ ਵਾ। ਉਹੀ ਤਾਂ ਸਿਮਰਨ ਹੈ। ਤਿਸ ਕਾ ਹੁਕਮ ਬੂ ਸੁੱਖ ਹੋ। ਜਦੋਂ ਹੁਕਮ ਦੀ ਸਾਨੂੰ ਸਮਝ ਆ ਜਾਂਦੀ ਵੀ ਸਾਰਾ ਕੁਛ ਹੁਕਮ ਹੋ ਜਾਂਦਾ, ਹੁਕਮ ਦੇ ਅੰਦਰ ਹੀ ਹੈ, ਫਿਰ ਮਨ ਟਿਕ ਜਾਂਦਾ ਵਾ ਗਿਆਨ ਨਾਲ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਤਿਸ ਕਾ ਨਾਮ ਰਖ ਕੰਠ ਪਰੋਏ। ਬੁੱਧੀ ਮਨ ਨੂੰ ਕਹਿੰਦੀ ਆ, ਉਹ ਹੁਕਮ ਨੂੰ ਵਸਾ ਕੇ ਰੱਖ ਹਿਰਦੇ। ਸਾਰਾ ਕੁਛ ਉਹਦੇ ਹੁਕਮ 'ਚ ਹੋ ਰਿਹਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜਿਹਨੇ ਬੁੱਝ ਲਿਆ ਹੁਕਮ, ਉਹਦਾ ਹੰਕਾਰ ਚਲਿਆ ਗਿਆ, ਉਹ ਭਾਈ ਗੁਰਸਿੱਖ ਹੈ ਅਸਲੀ, ਗੁਰੂ ਕਾ ਸਿੱਖ। ਉਹਨੂੰ ਹੀ ਬਾਣੀ ਵਿੱਚ ਕਿਹਾ ਗਿਆ, ਆਏ ਮਿਲ ਗੁਰਸਿੱਖ, ਆਏ ਮਿਲ ਗੁਰਸਿੱਖ, ਤੂੰ ਮੇਰੇ ਗੁਰੂ ਕੇ ਪਿਆਰੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੇ ਕੋਈ। ਸਤਿਗੁਰ ਸਮਝਾਉਂਦੇ ਨੇ, ਜਿਹੜੇ ਗੁਰਸਿੱਖ ਸੰਗਤ ਚੌਂ ਬਾਰਨਾਂ ਕੋ ਉਪਦੇਸ਼ ਸਾਂਝਾ, ਕੋਈ ਵੀ ਗੁਰ ਸ਼ਬਦ ਦਾ ਗਿਆਨ, ਗੁਰ ਸ਼ਬਦ ਦੀ ਕਮਾਈ ਕਰੂ, ਭਾਣੇ ਚਾਹੂਗੀ। ਸਿਮਰ ਸਿਮਰ ਭਾਵ ਤਿੰਨ ਗਿਰੀ ਆ ਗਿਆ। ਸਮਝ ਕੇ, ਜਿਵੇਂ ਆਪਣੀ ਪਹਿਲੀ ਅਸ਼ਟਪਦੀ ਸ਼ੁਰੂ ਹੋਈ ਆ ਗੌੜੀ ਰਾਗ ਦੀ, ਸੁਖਮਨੀ ਸਾਹਿਬ ਦੀ, ਸਿਮਰ 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 ਸੁਖ ਪਾਵੋ। ਉਹ ਪ੍ਰਭੂ ਨੂੰ ਸਿਮਰਨਾ, ਜਿਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ, ਸਾਡੇ ਅੰਦਰ ਹੀ ਹੈ। ਇਹ ਸਰੀਰ 'ਚ ਨਹੀਂ ਹੁੰਦਾ, ਮਨ ਦੇ ਅੰਦਰ। ਮਨ ਮੈਂ ਆਪ। ਸਿਮਰ 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 ਪ੍ਰਭ ਸੋਏ। ਭਾਈ ਹੇ ਜੀਵ, ਉਹਨੂੰ ਸਮਝ, ਜਿਹਦੀ ਕਿਰਪਾ ਰਹਿਮਤ ਨਾਲ ਤੂੰ ਸੰਸਾਰ 'ਚ ਜਿਉਂ ਰਿਹਾ, ਸਰੀਰ ਕਰਕੇ ਵੀ ਮੌਜ ਮਾਣ ਰਿਹਾ, ਆਨੰਦ ਮਾਣ ਰਿਹਾ ਮੈਂ, ਉਹਨੂੰ ਸਮਝ। ਨਾਨਕ ਵਿਘਨ ਨਾ ਲਾਗੇ ਕੋਈ। ਜਿੰਨੀ ਵੀ ਰੁਕਾਵਟਾਂ ਨੇ ਆਪੇ ਕਿਰਪਾ ਕਰੂਗਾ। ਅਨਕ ਵਿਘਨ ਤੇ ਸਾਧੂ ਰੱਖੇ, ਆਪੇ ਬਚਾਊਗਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਵਿਘਨਾਂ ਦਾ ਤਾਂ ਵਿਨਾਸ਼ ਹੀ ਹੋ ਜਾਂਦਾ। ਸਤਿਗੁਰ ਤਾਂ ਸਮਝਾਉਂਦੇ ਆ ਭਾਈ, ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ। ਆਤਮਾ ਆਪਦੇ ਪ੍ਰਾਤਮਾ ਮੂਲ ਹਰ 'ਚ ਲੈ ਹੋ ਜਾਂਦੀ, ਹਰ ਦਰਸ਼ਨ ਕਰ ਲੈਂਦੀ। ਭਗਤ ਕਬੀਰ ਨੇ ਸਮਝਾਇਆ, ਮੋਹੇ ਮਰਨੇ ਕਾ ਚਾਉ ਹੈ। ਗੁਰੂ ਸ਼ਬਦ ਦੇ ਗਿਆਨ ਤੋਂ ਬਾਅਦ ਫਿਰ ਸਾਡੇ ਅੰਦਰ ਚਾਅ ਪੈਦਾ ਹੁੰਦਾ। ਆਤਮਾ ਜਾਗ, ਸੁੱਤੇ ਪਏ ਨੂੰ ਥੋੜ੍ਹੀ ਚਾਅ ਹੁੰਦਾ। ਜਾਗ ਕੇ ਬਾਣੀ ਜਗਾਉਂਦੀ ਹੈ, ਚੇਤੀ ਗੋਬਿੰਦ ਰਾਧੀਏ ਹੋਵੇ ਨੰਦ ਕਣਾ। ਚੇਤ ਦਾ ਮਤਲਬ ਨਹੀਂ ਹੈਗਾ ਉਹ ਮਹੀਨਿਆਂ ਨੂੰ ਬ੍ਰਹਮ ਗਿਆਨ 'ਚ ਬਦਲਿਆ ਹੋਇਆ ਵਾ। ਚੇਤੀ ਜਾਗ ਕੇ ਫਿਰ ਆਨੰਦ ਕਣਾ ਹੁੰਦਾ। ਖੁਸ਼ੀਆਂ ਪ੍ਰਾਪਤ ਹੁੰਦੀਆਂ। ਸੁਣ ਪ੍ਰੀਤਮ ਤੁਮਾਰੀ ਬਾतें, ਬ੍ਰਹਮ ਮਿਲਣੇ ਕਾ ਚਾਓ। ਫਿਰ ਚਾਓ ਬਾਹਰ ਲਿਖਣ ਨਾਲ ਨਹੀਂ ਚਾਅ ਪੈਦਾ ਹੋ ਜਾਂਦਾ।
ਇਹ ਕਮਾਈ ਕਰਨੀ ਪੈਂਦੀ ਹੈ। ਫਿਰ ਆਤਮਾ ਮਨ ਬੁੱਧੀ ਆਪਦੇ ਨਿਰਾਕਾਰ ਦੁਨੀਆ ਭਾਵ ਆਕਾਰ ਤੋਂ ਰਹਿਤ ਪਰਲੋਕ ਨੂੰ ਉੱਥੇ ਜਾਂਦੇ। ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਲ, ਧਨ ਥੂ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਧਨ ਉਹ ਦੇਸ, ਧਨ ਜਿੱਥੇ ਆਪਾਂ ਜਾਣਾ ਵਾ। ਸਾਰੇ ਇੱਕ ਨੇ ਉੱਥੇ ਭਾਈ। ਇੱਥੇ ਮਾਇਆ 'ਚ ਅਲੱਗ ਅਲੱਗ ਅਸੀਂ ਸੋਚ ਕਰਕੇ ਹੈ ਸਾਰੇ ਇੱਕ ਦੀ ਔਲਾਦ। ਕਹਿ ਵੀ ਹਾਂ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ਪਰ ਮੰਨਦੇ ਨਹੀਂ, ਕਿਉਂ ਗਿਆਨ ਨਹੀਂ ਹੈਗਾ। ਆਓ ਸਾਰੇ ਮਿਲ ਕੇ ਇੱਥੇ ਇੱਕ ਪਦਾ ਹੋ ਗਿਆ ਸਲੋਕ ਦੇ ਨਾਲ। ਆਪਾਂ 7 ਪਦੇ ਅਗਲੇ ਦੂਏ ਪਾਠ 'ਚ ਵਿਚਾਰਾਂਗੇ। ਇਹਨੂੰ ਚੰਗੀ ਤਰ੍ਹਾਂ ਸਮਝਦੇ ਰਹੀਏ, ਸੁਣਦੇ ਵਿਚਾਰਦੇ ਰਹੀਏ। ਤੁਹਾਨੂੰ ਕਿਰਪਾ ਨਾ ਹੋਵੇ ਭਾਈ ਕਦੇ ਨਹੀਂ ਹੋ ਸਕਦਾ। ਰਹਿਮਤ ਕਰਦੀ ਹੈ ਕੁਦਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।